सवाल जवाब भाग 56 लैके तुहाडे सन्मुख होण लगे हाँ। ये सारा प्रोग्राम ਸਰੋਤਿਆਂ ਪਾਠਕਾਂ ਦੀ ਬਹੁਤ ਦਿਲਚਸਪੀ ਹੋਣ ਕਰਕੇ ਅਸੀਂ ਲਗਾਤਾਰ ਚਲਾਉਣ ਦਾ ਯਤਨ ਕਰ ਰਹੇ ਹਾਂ। ਤਤ ਗੁਰਮਤ ਗਿਆਨ YouTube ਚੈਨਲ ਤੋਂ ਤੁਸੀਂ ਇਸ ਪ੍ਰੋਗਰਾਮ ਨੂੰ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਵੱਲੋਂ ਰਿਕਾਰਡ ਕਰਕੇ ਆਡੀਓ ਵੀਡੀਓ ਪ੍ਰੋਗਰਾਮ ਪਾਏ ਗਏ ਨੇ ਉਹਨਾਂ ਨੂੰ ਸੁਣ ਵੇਖ ਸਕਦੇ ਹੋ ਅਤੇ ਗੁਰਮਤ ਬਾਰੇ ਜਿੰਨੀ ਸਾਨੂੰ ਜਾਣਕਾਰੀ ਹੈ ਉਹ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਅੱਜ ਸਵਾਲ ਨੰਬਰ 476। ਇਹ ਸਵਾਲ ਹੈ ਭਾਈ ਜਗਜੀਤ ਸਿੰਘ ਮੋਹਾਲੀ ਤੋਂ। ਇਹਨਾਂ ਦਾ ਸਵਾਲ ਹੈ, ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਦਾ ਮੁਕਾਬਲਾ 10 ਲੱਖ ਫੌਜੀਆਂ ਨਾਲ ਹੋਇਆ। ਕੀ ਇਹ ਠੀਕ ਹੈ ਜਾਂ ਜਿਵੇਂ ਸਾਨੂੰ ਲਿਖਿਆ ਹੋਇਆ ਸੁਣਾਇਆ ਜਾਂਦਾ ਹੈ ਪ੍ਰਚਾਰਕਾਂ ਵੱਲੋਂ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹਦੀ ਕੀ ਸੱਚਾਈ ਹੈ? ਗੁਰੂ ਪਿਆਰ ਵਾਲਿਓ, ਇਸ ਗੱਲ ਦਾ ਧਿਆਨ ਦਿਓ ਕਿ 1.25 ਲੱਖ ਦੇ ਨਾਲ ਇੱਕ ਬੰਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਕੇਵਲ ਆਪਣੇ ਲੋਕਾਂ ਨੂੰ ਹੌਸਲਾ ਦੇਣ ਵਾਸਤੇ ਮੁਹਾਵਰੇ ਦੇ ਰੂਪ 'ਚ ਵਰਤਿਆ ਜਾਂਦਾ ਹੈ। ਅਤੇ ਉਦੋਂ ਤਾਂ ਇੰਨੀ ਆਬਾਦੀ ਵੀ ਨਹੀਂ ਸੀ। 40 ਸਿੱਖਾਂ ਨਾਲ ਲੜਨ ਵਾਸਤੇ 10 ਲੱਖ ਦੀ ਫੌਜ ਆਉਂਦੀ, ਇਹ ਸੰਭਵ ਨਹੀਂ ਹੈ। ਅਤੇ ਉਹਨਾਂ ਵਾਸਤੇ 5, 7, 10 ਹਜ਼ਾਰ ਫੌਜੀ ਹੀ ਆਏ ਹੋਣੇ ਹੈ, ਜਿਨ੍ਹਾਂ ਦਾ ਕੋਈ ਪੱਕਾ ਲਿਖਤੀ ਰਿਕਾਰਡ ਸਾਡੇ ਕੋਲ ਨਹੀਂ ਹੈ, ਕਿਉਂਕਿ ਉਦੋਂ ਤਾਂ ਭਾਰਤ ਦੇਸ਼ ਦੀ ਆਬਾਦੀ ਵੀ ਇੰਨੀ ਨਹੀਂ ਸੀ ਜਿੰਨੀ ਅੱਜ ਅਸੀਂ ਵੇਖ ਸੁਣ ਪੜ੍ਹ ਰਹੇ ਹਾਂ। ਅਤੇ ਫਿਰ 1.25 ਲੱਖ ਸੇ ਏਕ ਲੜਾਊਂ, ਪਹਿਲੀ ਗੱਲ ਤਾਂ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ, ਬਾਅਦ ਦੇ ਵਿੱਚ ਕਵੀਆਂ ਨੇ ਲਿਖੀ ਹੈ। ਪਰ ਫਿਰ ਵੀ ਇਤਿਹਾਸ ਦੇ ਵਿੱਚ ਗੱਲਾਂ ਉਤਸ਼ਾਹਿਤ ਕਰਨ ਵਾਸਤੇ ਇਹੋ ਜਿਹੀਆਂ ਪ੍ਰਚਲਿਤ ਹੋ ਜਾਂਦੀਆਂ ਨੇ ਕਿ ਜੇ 1.25 ਲੱਖ ਤੋਂ ਭਾਵ ਹੈ ਕਿ ਬੇਅੰਤ ਬੈਰੀ ਚੜ੍ਹ ਕੇ ਆ ਜਾਣ, ਮੈਂ ਹਾਰ ਨਹੀਂ ਮੰਨਾਂਗਾ ਅਤੇ ਮੌਤ ਭਾਵੇਂ ਆ ਜਾਵੇ, ਟੁਕੜੇ ਟੁਕੜੇ ਭਾਵੇਂ ਹੋ ਜਾਣ, ਪਰ ਮੈਂ ਪਿੱਠ ਨਹੀਂ ਵਿਖਾਵਾਂਗਾ ਅਤੇ ਆਪਣੀ ਜਾਨ ਬਚਾਉਣ ਵਾਸਤੇ ਤਰਲੇ ਨਹੀਂ ਕਰਾਂਗਾ, ਆਪਣਾ ਧਰਮ ਦੀਨ ਇਮਾਨ ਨਹੀਂ ਤਿਆਗਾਂਗਾ, ਆਪਣੇ ਅਸੂਲ ਨਹੀਂ ਛੱਡਾਂਗਾ। ਅਤੇ ਜਿੰਨੇ ਮਰਜ਼ੀ ਦੁਸ਼ਮਣ ਮੇਰੇ 'ਤੇ ਚੜ੍ਹ ਕੇ ਆ ਜਾਣ, ਭਾਵੇਂ ਲੱਖਾਂ ਲੋਕ ਮੇਰੇ 'ਤੇ ਚੜ੍ਹ ਕੇ ਆ ਜਾਣ, ਮੈਂ ਆਪਣੇ ਅਸੂਲਾਂ ਤੋਂ ਮੂੰਹ ਨਹੀਂ ਮੋੜਾਂਗਾ। ਇਹ ਭਾਵਨਾ ਹੈ ਪਿੱਛੇ। ਗਿਣਤੀਆਂ ਮਿਣਤੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਪੈਣਾ ਚਾਹੀਦਾ। ਇਹ ਗਿਣਤੀਆਂ ਕਰਨ ਵਾਲੀ ਗੱਲ ਹੈ ਜਿਹੜੀ, ਇਹ ਤਾਂ ਅਸੀਂ ਅੱਜ ਕਰਨ ਲੱਗ ਪਏ ਹਾਂ। ਅੱਗੇ ਤਾਂ ਮੁਹਾਵਰੇ ਦੇ ਰੂਪ 'ਚ ਇਹ ਵਰਤੀ ਜਾਂਦੀ ਸੀ, ਅੱਜ ਵੀ ਬਹੁਤ ਲੋਕ ਮੁਹਾਵਰੇ ਦੇ ਰੂਪ 'ਚ ਇਹ ਚੀਜ਼ਾਂ ਵਰਤਦੀਆਂ ਨੇ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਉੱਥੇ ਤਾਂ ਤਿਲ ਸਿੱਟੇ ਖਲ ਜਗਣ ਹੁੰਦੀ ਸੀ, ਤਿਲ ਸਿੱਟੇ ਤੇਲ ਨਿਕਲਦਾ ਸੀ, ਭਾਵ ਕਿ ਇੰਨੀ ਦੁਨੀਆ ਆ ਗਈ, ਉਹ ਤਿਲਾਂ ਦੇ ਉੱਤੋਂ ਦੀ ਲੰਘ ਰਹੇ ਸੀ ਅਤੇ ਤਿਲਾਂ 'ਚੋਂ ਤੇਲ ਨਿਕਲਣ ਲੱਗ ਪਿਆ। ਕਦੀ ਇਹ ਸੰਭਵ ਹੈ? ਅਤੇ ਇਸ ਤਰ੍ਹਾਂ ਤਿਲ ਪੀੜੇ ਕਹਾਣੀ ਹੁੰਦੀ ਹੈ ਉੱਥੇ ਤਾਂ ਭਾਈ। ਇਹ ਸਾਰੇ ਮੁਹਾਵਰੇ ਹੁੰਦੇ ਨੇ, ਇਹ ਮੁਹਾਵਰੇ ਕਵੀ ਲੋਕਾਂ ਨੇ ਵਰਤੇ ਹੋਏ ਹੁੰਦੇ ਨੇ। ਸੋ 10 ਲੱਖ ਦੀ ਫੌਜ ਨਹੀਂ ਆਈ ਅਤੇ 5-7 ਹਜ਼ਾਰ ਫੌਜੀ 40 ਸਿੱਖਾਂ ਨੂੰ ਕਾਬੂ ਕਰਨ ਵਾਸਤੇ ਆਏ ਹੋਣਗੇ, ਪਰ ਪੱਕੀ ਗਿਣਤੀ ਸਾਡੇ ਕੋਲ ਨਹੀਂ ਹੈ। ਅਤੇ ਉਹਨਾਂ ਨੇ ਵੀ ਬਹੁਤਿਆਂ ਨੇ ਆਹਮਣੇ ਸਾਹਮਣੇ ਲੜ ਕੇ ਜਾਨਾਂ 'ਤੇ ਵਾਰ ਦਿੱਤੀਆਂ, ਹਾਰ ਨਹੀਂ ਮੰਨੀ ਅਤੇ ਦੁਸ਼ਮਣ ਦੇ ਅੱਗੇ ਆਤਮ ਸਮਰਪਣ ਨਹੀਂ ਕੀਤਾ। ਅਤੇ ਗੁਰੂ ਸਾਹਿਬ ਕੁਝ ਸਿੱਖਾਂ ਨੂੰ ਲੈ ਕੇ ਉੱਥੋਂ ਨਿਕਲ ਵੀ ਗਏ, ਧੋਖਾ ਵੀ ਦੇ ਗਏ। ਜਿਹੜਾ ਆਲੇ ਦੁਆਲੇ ਘੇਰਾ ਪਿਆ ਸੀ ਉਹ ਪਕੜ ਵੀ ਨਹੀਂ ਸਕੇ। ਤਰੀਕੇ ਬਹੁਤ ਸਾਰੇ ਉਹਨਾਂ ਨੇ ਯੁੱਧ ਵਾਲੀਆਂ ਨੀਤੀਆਂ ਨੇ ਜਿਹੜੀਆਂ ਉਹ ਅਪਣਾਈਆਂ ਨੇ। ਸੋ ਇਹ ਇੱਕ ਮੁਹਾਵਰੇ ਦੇ ਰੂਪ ਵਿੱਚ ਹੈ। ਸਵਾਲ ਨੰਬਰ 477, ਭਾਈ ਬਲਜਿੰਦਰ ਸਿੰਘ, ਪਿੰਡ ਕੰਗ, ਜ਼ਿਲ੍ਹਾ ਤਰਨ ਤਾਰਨ। ਇਹਨਾਂ ਦਾ ਸਵਾਲ ਹੈ, ਜੇਕਰ ਗੁਰੂ ਗੋਬਿੰਦ ਸਿੰਘ ਨੇ ਕੋਈ ਬਾਣੀ ਨਹੀਂ ਲਿਖੀ ਤਾਂ ਨਿਤਨੇਮ ਵਾਲੀਆਂ ਬਾਣੀਆਂ ਕਿਸ ਦੀਆਂ ਲਿਖੀਆਂ ਹੋਈਆਂ ਹਨ? ਗੁਰੂ ਪਿਆਰ ਵਾਲਿਓ, ਨਿਤਨੇਮ ਦੀਆਂ ਬਾਣੀਆਂ ਦਸਮ ਗ੍ਰੰਥ ਦੇ ਵਿੱਚੋਂ ਆਈਆਂ ਨੇ 3 ਬਾਣੀਆਂ, ਜਾਣੀ ਕਿ ਜਾਪ ਸਾਹਿਬ, ਸਵਈਏ ਅਤੇ ਚੌਪਈ। ਚੌਪਈ ਤਾਂ ਤ੍ਰਿਆ ਚਰਿਤਰਾਂ ਦੇ ਵਿੱਚੋਂ ਆਈ ਹੋਈ ਹੈ ਅਤੇ ਇਹ ਉੱਥੇ ਨੰਬਰ ਗਿਣਤੀ ਵਾਲਾ ਹੋਰ ਹੈ। ਦਸਮ ਗ੍ਰੰਥ ਦੇ ਵਿੱਚ ਜਿਹੜੇ ਗੁਟਕਿਆਂ ਦੇ ਵਿੱਚ ਉੱਥੋਂ ਲੈ ਕੇ ਦਿੱਤੀ ਗਈ ਹੈ, ਇਹਦੀ ਗਿਣਤੀ ਮਿਣਤੀ ਉਹ ਹੋਰ ਹੈ। ਅਤੇ ਪਹਿਲੀ ਗੱਲ ਤਾਂ ਇਹੋ ਉਲਟ ਪੁਲਟ ਹੈ। ਫਿਰ ਦੂਜੀ, ਇੱਕ ਥਾਂ 'ਤੇ ਜਿਹੜਾ ਦਸਮ ਗ੍ਰੰਥ 'ਚ ਪ੍ਰਸੰਗ ਚੱਲ ਰਿਹਾ ਹੈ ਉਹਦੇ ਵਿੱਚੋਂ ਕੁਝ ਹਿੱਸਾ ਚੁੱਕ ਕੇ ਨਿਤਨੇਮ ਦਾ ਬਣਾ ਦਿੱਤਾ ਗਿਆ, ਜਿਹੜਾ ਕਿ ਵਾਜਬ ਨਹੀਂ ਹੈ। ਅਤੇ ਇਹਦੇ ਵਿੱਚ ਚਾਹੇ ਉਹ ਸਵਈਏ ਨੇ, ਚਾਹੇ ਜਾਪ ਸਾਹਿਬ ਹੈ ਅਤੇ ਚਾਹੇ ਚੌਪਈ ਹੈ, ਇਹਦੇ ਵਿੱਚ ਨਾਨਕ ਨਾਮ ਕਿਤੇ ਵੀ
ਕਵੀ ਛਾਪ ਦੇ ਤੌਰ 'ਤੇ ਨਹੀਂ ਆਉਂਦਾ। ਜਿਵੇਂ ਭਗਤ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ ਜਾਂ ਭੱਟਾਂ ਨੇ ਵੀ ਜਿਹੜੇ ਸਵਈਏ ਗੁਰੂ ਸਾਹਿਬ ਦੀ ਤਾਰੀਫ ਦੇ ਵਿੱਚ ਲਿਖੇ ਨੇ, ਅਤੇ ਉਹਨਾਂ ਦੇ ਵਿੱਚ ਲਿਖਾਰੀ ਭੱਟਾਂ ਦਾ ਨਾਮ ਆਪਣੀ ਬਾਣੀ 'ਚ ਆਉਂਦਾ ਹੈ। ਅਤੇ ਫਿਰ ਸਾਰੇ ਭਗਤਾਂ ਦਾ ਨਾਮ ਆਪੋ ਆਪਣੇ ਸ਼ਬਦਾਂ ਦੇ ਅਖੀਰ ਵਿੱਚ ਕਵੀ ਛਾਪ ਦੇ ਤੌਰ 'ਤੇ ਆਉਂਦਾ ਹੈ। ਸਾਰੀ ਗੁਰਬਾਣੀ ਦੇ ਵਿੱਚ ਨਾਨਕ ਨਾਮ ਕਵੀ ਛਾਪ ਦੇ ਤੌਰ 'ਤੇ ਸਾਰੇ ਗੁਰੂਆਂ ਨੇ ਵਰਤਿਆ। ਗੁਰੂ ਨਾਨਕ ਸਾਹਿਬ ਨੇ ਇਹ ਸ਼ੁਰੂ ਕੀਤਾ, ਬਾਕੀ ਗੁਰੂਆਂ ਨੇ ਆਪਣੇ ਨਾਮ ਦੀ ਵਰਤੋਂ ਨਹੀਂ ਕੀਤੀ। ਆਪਣੇ ਨਾਮ ਨੂੰ ਦੱਸਣ ਵਾਸਤੇ ਕੇਵਲ ਮਹੱਲਾ ਦੂਜਾ, ਮਹੱਲਾ ਤੀਜਾ, ਚੌਥਾ, ਪੰਜਵਾਂ ਅਤੇ ਨੌਵਾਂ ਇਹ ਹੈ ਪਛਾਣ ਕਿ ਕਿਹੜੇ ਗੁਰੂ ਦੀ ਬਾਣੀ ਹੈ, ਪਰ ਕਵੀ ਛਾਪ ਦੇ ਤੌਰ 'ਤੇ ਨਾਨਕ ਨਾਮ ਦੀ ਹੀ ਵਰਤੋਂ ਕੀਤੀ ਹੈ। ਤੋ ਇਹਨਾਂ ਜਿਹੜੀਆਂ ਰਚਨਾਵਾਂ ਦੀ ਗੱਲ ਕੀਤੀ ਗਈ ਹੈ, ਜਾਪ, ਸਵਈਏ ਅਤੇ ਚੌਪਈ, ਇਹਦੇ ਵਿੱਚ ਜੇ 10ਵੇਂ ਪਾਤਸ਼ਾਹ ਦੀ ਬਾਣੀ ਹੁੰਦੀ ਤਾਂ ਉਹਨਾਂ ਨੇ ਨਾਨਕ ਨਾਮ ਦੀ ਵਰਤੋਂ ਕਰਨੀ ਸੀ। ਇਹ ਜਿਹੜਾ ਅੱਜ ਸਾਡੇ ਸਾਹਮਣੇ ਸਾਰਾ ਮੈਟਰ ਆਇਆ ਹੋਇਆ ਹੈ, ਇਹ ਤਾਂ ਜਿਹੜਾ ਜਾਪ ਸਾਹਿਬ ਹੈ ਇਹ ਤਾਂ ਸ਼ਿਵ ਪੁਰਾਣ ਦੇ ਵਿੱਚੋਂ ਆਇਆ ਹੋਇਆ ਹੈ। 539 ਪੰਨੇ ਤੋਂ 561 ਪੰਨੇ ਦੇ ਉੱਤੇ ਇਹ ਬਹੁਤ ਕੁਝ ਮੈਟਰ ਇਹੋ ਜਿਹਾ ਮਿਲ ਜਾਂਦਾ ਹੈ ਜਿਹੜਾ ਕਿ ਜਾਪ ਸਾਹਿਬ ਦੇ ਨਾਲ ਮਿਲਦਾ ਜੁਲਦਾ ਹੈ। ਮਿਸਾਲ ਦੇ ਤੌਰ 'ਤੇ ਇੱਕ ਦੋ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ। ਵੈਸੇ 1 ਘੰਟੇ ਦੀ ਜਿਹੜੀ ਵੀਡੀਓ ਹੈ ਮੇਰੀ YouTube ਚੈਨਲ 'ਤੇ 10ਵੇਂ ਗ੍ਰੰਥ ਬਾਰੇ ਪਹਿਲਾਂ ਹੀ ਪਾਈ ਹੋਈ ਹੈ। ਮੈਂ 10 ਸਾਲ ਪਹਿਲਾਂ ਲਗਭਗ ਇਹ ਤਿਆਰ ਕਰ ਲਈ ਹੋਈ ਸੀ ਅਤੇ ਪਾ ਦਿੱਤੀ ਹੈ, ਅਤੇ ਇਹ ਆਇਆ ਹੋਇਆ ਹੈ ਸ਼ਿਵ ਪੁਰਾਣ ਦੇ ਵਿੱਚੋਂ। ਅਤੇ ਫਿਰ ਇਹਦੇ ਵਿੱਚ ਅਤੇ ਸ਼ਿਵ ਪੁਰਾਣ ਦੀ ਰਚਨਾ ਜਿਹੜੀ ਆਪਸ 'ਚ ਮੇਲ ਕੀ ਹੈ, ਉੱਥੇ ਹੈ ਸ਼ਿਵ ਪੁਰਾਣ ਦੇ ਵਿੱਚ ਲਿਖਿਆ ਮਿਲਦਾ ਹੈ, ਓਮ ਸ਼੍ਰੀ ਚੰਦਰੇ ਨਮਾਏ, ਓਮ ਸ਼੍ਰੀ ਸੂਰਜੇ ਨਮਾਏ, ਓਮ ਸ਼੍ਰੀ ਅਗਨੀਏ ਨਮਾਏ। ਉਹਦੇ 'ਚ ਇਹ ਸ਼ਬਦਾਵਲੀ ਵਰਤੀ ਹੋਈ ਹੈ। ਅਤੇ ਜਾਪ ਸਾਹਿਬ ਦੇ ਵਿੱਚ ਨਮੋ ਚੰਦਰ ਚੰਦਰੇ, ਨਮੋ ਸੂਰਜ ਸੂਰਜੇ, ਇੱਧਰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੋਈ ਹੈ। ਬਹੁਤ ਕੁਝ ਮਿਲਦਾ ਜੁਲਦਾ ਹੈ ਇਹਨਾਂ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਵੀ ਕਿਤੋਂ ਕਿਤੋਂ ਇਕੱਠੀਆਂ ਕਰਕੇ ਰਚਨਾਵਾਂ ਕਵੀ ਰਾਮ ਅਤੇ ਸ਼ਾਮ ਨੇ, ਜਿਹੜੇ ਕਿ ਰੋਪੜ ਦੇ ਨੇੜੇ ਦੇ ਰਹਿਣ ਵਾਲੇ ਸੀ, ਉਹਨਾਂ ਨੇ ਇਹ ਰਚਨਾਵਾਂ ਇਕੱਠੀਆਂ ਕਰਕੇ ਬਚਿੱਤਰ ਨਾਟਕ ਦਾ ਇਹਨੂੰ ਰੂਪ ਦਿੱਤਾ। ਬਾਅਦ ਦੇ ਵਿੱਚ ਹੌਲੀ ਹੌਲੀ ਇਹਨੂੰ 10ਵੇਂ ਗ੍ਰੰਥ ਕਿਹਾ ਜਾਣ ਲੱਗ ਪਿਆ, ਅਤੇ ਇਸ ਤਰ੍ਹਾਂ ਇਹ ਸਾਡੇ ਸਾਹਮਣੇ ਆ ਗਿਆ। ਅਤੇ ਇਹਦੇ ਵਿੱਚੋਂ ਅਣਜਾਣਪੁਣੇ ਦੇ ਵਿੱਚ ਕੁਝ ਬਾਣੀਆਂ ਅੰਮ੍ਰਿਤ ਛਕਾਉਣ ਵਾਸਤੇ ਜੋ ਖੰਡੇ ਕੀ ਪਹੁਲ ਦਿੱਤੀ ਜਾਂਦੀ ਹੈ ਉਹਦੇ ਵਾਸਤੇ ਵੀ ਚੁਣ ਲਈਆਂ ਗਈਆਂ, ਅਤੇ ਨਿਤਨੇਮ ਦੇ ਵਿੱਚ ਵੀ ਸ਼ਾਮਲ ਕਰ ਲਈਆਂ ਗਈਆਂ, ਜਦੋਂ ਕਿ ਇਹਨਾਂ ਚੀਜ਼ਾਂ ਦੀ ਸੋਧ ਕਰਨ ਦੀ ਬਹੁਤ ਜ਼ਰੂਰਤ ਹੈ। ਸਾਡੇ ਕੋਲ ਗੁਰਬਾਣੀ ਦਾ ਬੇਅੰਤ ਵੱਡਾ ਖਜ਼ਾਨਾ ਹੈ, ਅਤੇ ਉਹਨੂੰ ਤਾਂ ਅਸੀਂ ਪੜ੍ਹ ਨਹੀਂ ਸਕੇ, ਉਹਨੂੰ ਤਾਂ ਸਮਝ ਨਹੀਂ ਸਕੇ, ਜ਼ਿੰਦਗੀ 'ਚ ਲਾਗੂ ਨਹੀਂ ਕਰ ਸਕੇ। 10ਵੇਂ ਗ੍ਰੰਥ ਵਰਗੀਆਂ ਜਿਹੜੀਆਂ ਨਾ ਪ੍ਰਵਾਨਿਤ ਰਚਨਾਵਾਂ ਨੇ, ਜਿਨ੍ਹਾਂ ਦਾ ਕੋਈ ਪਤਾ ਨਹੀਂ ਇਹ ਕਦੋਂ ਲਿਖੀਆਂ, ਕਿਹਨੇ ਲਿਖੀਆਂ, ਕਿੱਥੇ ਲਿਖੀਆਂ, ਇਹਦੇ ਵਿੱਚ ਇੱਕ ਵਿਚਾਰਧਾਰਾ ਵੀ ਨਹੀਂ ਹੈ, ਅਤੇ ਇਹਨਾਂ ਜਿਹੜੇ ਕਵੀਆਂ ਦਾ ਨਾਮ 17-18 ਵਾਰੀ ਆਇਆ ਹੈ, ਅਤੇ ਇੱਕ ਕਵੀ ਦਾ ਨਾਮ 114 ਵਾਰੀ ਆਇਆ ਹੈ, ਅਤੇ ਇਹ ਸਾਰਾ ਕੁਝ ਤਾਂ ਪਹਿਲਾਂ ਹੀ ਮੌਜੂਦ ਪਿਆ। ਡਾਕਟਰ ਰਤਨ ਸਿੰਘ ਜੱਗੀ ਦਾ ਜਿਹੜਾ ਥੀਸਿਸ ਹੈ PhD ਦਾ, ਜਿਹੜੀ ਕਿ ਉਹਨਾਂ ਨੇ 1966 ਦੇ ਵਿੱਚ PhD ਕੀਤੀ ਸੀ, ਉਹਦੇ ਵਿੱਚ ਸਾਰਾ ਕੁਝ ਮੈਟਰ ਉਹਨਾਂ ਨੇ 10ਵੇਂ ਗ੍ਰੰਥ ਦਾ ਕਰਤੱਵ, ਇਹਦਾ ਸਾਰਾ ਕੁਝ ਉਹਦੇ ਵਿੱਚ ਹਵਾਲੇ ਦਿੱਤੇ ਹੋਏ ਨੇ ਕਿ ਕਿਹੜੇ ਕਵੀ ਨੇ ਕਿੱਥੋਂ ਲੈ ਕੇ ਕਿਹੜੀ ਰਚਨਾ ਕਿਵੇਂ ਪਾਈ ਹੈ, ਅਤੇ ਸਾਰਾ ਇਹਦਾ ਪਿਛੋਕੜ ਦਿੱਤਾ ਹੋਇਆ। ਹੋਰ ਵੀ ਇਹੋ ਜਿਹੀ ਬਹੁਤ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਤੋ ਇਹਨਾਂ ਰਚਨਾਵਾਂ ਦਾ ਸਿੱਖਾਂ ਨੂੰ ਤਿਆਗ ਹੀ ਕਰ ਦੇਣਾ ਚਾਹੀਦਾ ਹੈ। ਗੁਰਬਾਣੀ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ। ਇਹ ਗੁਰਬਾਣੀ ਨਹੀਂ ਹੈ, ਇਹਦੇ ਤੋਂ ਸਾਨੂੰ ਮੁਕਤ ਹੋ ਜਾਣਾ ਚਾਹੀਦਾ ਹੈ। ਆਪਣੇ ਦਿਮਾਗ ਤੋਂ ਭਾਰ ਉਤਾਰ ਦੇਣਾ ਚਾਹੀਦਾ ਹੈ ਕਿ ਅਸੀਂ ਜੇ ਇਹ ਬਾਣੀ ਨਾ ਪੜ੍ਹੀ ਫਿਰ ਪਾਪ ਲੱਗ ਜੂਗਾ। ਇਹ ਅਨਪੜ੍ਹ ਲੋਕ ਜਿਹੜਿਆਂ ਨੂੰ ਕੋਈ ਸਮਝ ਨਹੀਂ ਹੈ, ਖਾਸ ਕਰਕੇ ਡੇਰੇਦਾਰ ਅਤੇ ਨਿਹੰਗ ਜਥੇਬੰਦੀਆਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਨਹੀਂ ਕੀਤੀ ਅਤੇ ਹੋਰ ਸਾਹਿਤ ਲਿਟਰੇਚਰ ਉਹਨਾਂ ਨੇ ਨਹੀਂ ਪੜ੍ਹਿਆ, ਉਹ 10ਵੇਂ ਗ੍ਰੰਥ ਵੀ ਉਹਨਾਂ ਨੇ ਨਹੀਂ ਪੜ੍ਹਿਆ, ਅਤੇ ਉਹ ਸਾਡੇ 'ਤੇ ਜਬਰੀ ਇਹਨੂੰ ਥੋਪ ਰਹੇ ਨੇ, ਨਿਤਨੇਮ ਦੀਆਂ ਬਾਣੀਆਂ ਕਰਕੇ ਜਾਂ ਅੰਮ੍ਰਿਤ ਦੀਆਂ ਬਾਣੀਆਂ ਕਰਕੇ ਜਾਂ ਹੋਰ 10ਵੇਂ ਪਾਤਸ਼ਾਹ ਦਾ ਨਾਮ ਵਰਤ ਕੇ ਸਾਡੇ ਮੱਥੇ ਮੜ ਰਹੇ ਨੇ। ਇਹਨਾਂ ਤੋਂ ਵੀ ਸਾਵਧਾਨ ਹੋਣ ਦੀ ਲੋੜ ਹੈ। ਅਸੀਂ ਆਪਣੀ ਸੁਤੰਤਰ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਰੱਖਦੇ ਹਾਂ। ਸਵਾਲ ਨੰਬਰ 478,
ਭਾਈ ਅਨੂਪ ਸਿੰਘ ਗੁਰਦਾਸਪੁਰ ਤੋਂ। ਸਿੱਖਾਂ ਵੱਲੋਂ ਰੱਖੀਆਂ ਮੰਗਾਂ ਜਦੋਂ ਠੀਕ ਨਹੀਂ ਲੱਗਦੀਆਂ ਤਾਂ ਕਈ ਹਿੰਦੂ ਪ੍ਰਚਾਰਕ ਕਹਿੰਦੇ ਹਨ ਕਿ ਇਹ ਗੁਰੂ ਦੇ ਸਿੱਖ ਨਹੀਂ ਹੈਗੇ, ਮਕਾਲਫ ਦੇ ਸਿੱਖ ਨੇ। ਇਹ ਮਕਾਲਫ ਕੌਣ ਸੀ? ਕੀ ਸੱਚਮੁੱਚ ਹੀ ਇਸ ਨੇ ਸਿੱਖਾਂ ਨੂੰ ਕੁਰਾਹੇ ਪਾਇਆ ਸੀ? ਗੁਰੂ ਪਿਆਰ ਵਾਲਿਓ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੁਸੀਂ ਕੁਝ ਨਾ ਕੁਝ ਸਟੱਡੀ ਕਰੋ। ਪਹਿਲੀ ਗੱਲ ਤਾਂ ਮਕਾਲਫ ਇੰਨਾ ਪ੍ਰਸਿੱਧ ਬੰਦਾ ਹੈ, ਉਹਨੇ 4 ਜਿਲਦਾਂ ਦੇ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਬਹੁਤ ਕੁਝ ਵਧੀਆ ਲਿਖਿਆ ਹੋਇਆ ਹੈ। ਇਹ ਭਾਈ ਕਾਨ੍ਹ ਸਿੰਘ ਨਾਭਾ ਤੋਂ ਅਗਵਾਈ ਲੈ ਕੇ ਇਹਨੇ ਸਾਰਾ ਕੰਮ ਕੀਤਾ। ਉਹਦੇ ਵਿੱਚ ਕਿਤੇ ਕਿਤੇ ਗਲਤੀਆਂ ਹੋ ਸਕਦੀਆਂ ਨੇ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਸਾਰੇ ਦੇ ਸਾਰੇ ਬੰਦੇ ਲਿਖਾਰੀ ਸੰਪੂਰਨ ਨਹੀਂ ਹੋਇਆ ਕਰਦੇ। ਪਰ ਫਿਰ ਵੀ ਇਹਨੇ ਬੜੀ ਮਿਹਨਤ ਕਰਕੇ ਸਿੱਖ ਸਾਹਿਤ ਲਿਖਿਆ, ਇਤਿਹਾਸ ਲਿਖਿਆ ਅਤੇ ਜਿਹੜੀਆਂ 4 ਜਿਲਦਾਂ ਦੇ ਵਿੱਚ ਸਾਡੇ ਸਾਹਮਣੇ ਉਹ ਸਾਰਾ ਮੈਟਰ ਰੱਖਿਆ, ਜਿਹਦੀ ਕਿ ਸਮੇਂ ਦੇ ਮੁਤਾਬਕ ਲੋੜ ਸੀ। ਭਾਈ ਕਾਨ੍ਹ ਸਿੰਘ ਨਾਭਾ ਦੀ ਅਗਵਾਈ ਦੇ ਵਿੱਚ ਸਮੇਂ ਸਮੇਂ 'ਤੇ ਇਹ ਭਾਈ ਕਾਨ੍ਹ ਸਿੰਘ ਨਾਭਾ ਤੋਂ ਸਲਾਹ ਲੈਂਦਾ ਰਿਹਾ। ਇਹਨੇ ਸਿੱਖਾਂ ਦੇ ਵਿਰੁੱਧ ਕੁਝ ਵੀ ਨਹੀਂ ਲਿਖਿਆ, ਕੇਵਲ ਇਹਨੂੰ ਬਦਨਾਮ ਕਰਨ ਵਾਸਤੇ ਕੁਝ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਚਲੋ ਇਹ ਜੇ ਮੰਨ ਵੀ ਲਈਏ ਕੁਝ ਗਲਤੀਆਂ ਇਹਨੇ ਕੀਤੀਆਂ ਹੋਣਗੀਆਂ, ਪਰ ਸਿੱਖਾਂ ਦਾ ਵਿਰੋਧੀ ਤਾਂ ਇਹ ਨਹੀਂ ਸੀ। ਗਲਤੀਆਂ ਤਾਂ ਸਿੱਖਾਂ ਨੇ ਵੀ ਬਹੁਤਾਂ ਨੇ ਕੀਤੀਆਂ ਨੇ, ਅਤੇ ਇਹਦਾ ਮਤਲਬ ਥੋੜ੍ਹਾ ਹੀ ਹੈ ਕਿ ਉਹ ਸਿੱਖਾਂ ਦੇ ਦੁਸ਼ਮਣ ਸਨ। ਇਹੋ ਜਿਹੀ ਗੱਲ ਨਹੀਂ ਹੈ। ਸੋ ਤੁਸੀਂ ਆਪ ਸਟੱਡੀ ਕਰੋ। ਜੇ ਪੜ੍ਹ ਸਕੋ ਤਾਂ ਤੁਸੀਂ ਮਕਾਲਫ ਦਾ ਲਿਖਿਆ ਹੋਇਆ ਵੀ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਹੋਰ ਜਿਹੜਾ ਸਾਹਿਤ ਹੈ, ਲਿਟਰੇਚਰ ਹੈ ਸਿੱਖ ਧਰਮ ਨਾਲ ਸੰਬੰਧਿਤ, ਉਹ ਵੀ ਪੜ੍ਹ ਸਕਦੇ ਹੋ, ਤਾਂ ਕਿ ਜਿਹੜਾ ਕੋਈ ਝੂਠਾ ਇਲਜ਼ਾਮ ਪ੍ਰਚਾਰਕ ਲਾਉਂਦਾ ਹੈ ਅਤੇ ਉਹਨੂੰ ਸਹੀ ਸਮੇਂ 'ਤੇ ਸਹੀ ਜਵਾਬ ਤੁਸੀਂ ਦੇ ਸਕੋ। ਇਸ ਤਰ੍ਹਾਂ ਕਿਸੇ ਇੱਕ ਬੰਦੇ ਬਾਰੇ ਕੋਈ ਗੱਲ ਕਿਸੇ ਨੇ ਕਹਿ ਦਿੱਤੀ ਤਾਂ ਹੌਸਲਾਹੀਣ ਹੋ ਕੇ ਚੁੱਪ ਕਰਕੇ ਆਪ ਪਾਸੇ ਬਹਿ ਗਏ, ਇਉਂ ਗੁਜ਼ਾਰਾ ਨਹੀਂ ਹੋਣਾ। ਤੁਹਾਨੂੰ ਆਪ ਵੀ ਆਪਣੀ ਤਿਆਰੀ ਕਰਨੀ ਪੈਣੀ ਹੈ ਕਿ ਸਾਹਮਣੇ ਬੰਦਾ ਬੋਲਣ ਵਾਲਾ ਉਹ ਠੀਕ ਬੋਲ ਰਿਹਾ ਹੈ ਕਿ ਗਲਤ ਬੋਲ ਰਿਹਾ ਹੈ, ਤੁਸੀਂ ਉਹਦਾ ਕੀ ਜਵਾਬ ਦੇਣਾ ਹੈ, ਇਹ ਤੁਹਾਡੀ ਪੂਰੀ ਪਹਿਲਾਂ ਤਿਆਰੀ ਹੋਣੀ ਚਾਹੀਦੀ ਹੈ। ਅਗਲਾ ਸਵਾਲ 479 ਭਾਈ ਇੰਦਰਜੀਤ ਸਿੰਘ ਗੁਰਦਿੱਤਪੁਰਾ, ਇਹਨਾਂ ਦਾ ਸਵਾਲ ਹੈ, ਛਬੀਲ ਦਾ ਕੀ ਮਤਲਬ ਹੈ? ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਕਿਵੇਂ ਜੁੜ ਗਈ ਹੈ? ਗੁਰੂ ਪਿਆਰ ਵਾਲਿਓ, ਇਹ ਸਾਰਾ ਕੁਝ ਜੇ ਕਿਤੇ ਤੁਸੀਂ ਧਿਆਨ ਨਾਲ ਪੜ੍ਹ ਲਓ, ਸੁਣ ਲਓ, ਸਮਝ ਲਓ ਤਾਂ ਬਹੁਤ ਕੁਝ ਸਾਹਮਣੇ ਨਵਾਂ ਆ ਜਾਂਦਾ ਹੈ। ਛਬੀਲ ਦਾ ਮਾਇਨਾ ਹੈ, ਇਹ ਫਾਰਸੀ ਦਾ ਸ਼ਬਦ ਹੈ। ਛਬੀਲ ਸ਼ਬਦ ਹੈ ਜਿਹੜਾ, ਇਹਦੇ ਕਈ ਸਾਰੇ ਅਰਥ ਨੇ। ਛਬੀਲ ਮਾਇਨੇ ਰਾਹ ਵੀ ਹੁੰਦਾ ਹੈ। ਛਬੀਲ ਦਾ ਮਤਲਬ ਇੱਕ ਤਰੀਕਾ, ਇੱਕ ਢੰਗ, ਇੱਕ ਮਾਰਗ, ਇੱਕ ਰਸਤਾ, ਇੱਕ ਜ਼ਰੂਰਤ, ਇਹ ਅਰਥ ਵੀ ਛਬੀਲ ਦੇ ਨੇ। ਪੌ ਜਲ ਪੀਣ ਦਾ ਅਸਥਾਨ ਵੀ ਇਹਦਾ ਮਾਇਨਾ ਵੀ ਛਬੀਲ ਹੁੰਦਾ ਹੈ। ਪਰ ਖਾਸ ਕਰਕੇ ਮੁਸਲਮਾਨਾਂ ਲਈ ਮੁਹਰਮ ਦੇ ਪਹਿਲੇ 10 ਦਿਨ ਜੋ ਲੋਕ ਸੇਵਾ ਦੇ ਤੌਰ 'ਤੇ ਪਿਆਸੇ ਲੋਕਾਂ ਨੂੰ, ਰਾਹੀਆਂ ਨੂੰ ਪਾਣੀ ਪਿਆਉਂਦੇ ਨੇ, ਉਹਨਾਂ ਨੂੰ ਵੱਡਾ ਪੁੰਨ ਸਮਝਿਆ ਜਾਂਦਾ ਸੀ। ਅਤੇ ਕਿਉਂਕਿ ਅਰਬ ਮੁਲਕਾਂ ਦੇ ਵਿੱਚ ਤਪਸ ਬਹੁਤ ਜ਼ਿਆਦਾ ਸੀ, ਬਰਸਾਤਾਂ ਵਗੈਰਾ ਨਹੀਂ ਹੁੰਦੀਆਂ ਸੀ ਅਤੇ ਪਾਣੀ ਦਾ ਪ੍ਰਬੰਧ ਘੱਟ ਤੋਂ ਘੱਟ ਸੀ। ਫਿਰ ਪਰਉਪਕਾਰੀ ਭਾਵਨਾ ਦੇ ਨਾਲ ਕਈ ਸਾਰੇ ਲੋਕ ਘੜੇ ਭਰ ਕੇ ਜਾਂ ਹੋਰ ਵੱਡੇ ਭਾਂਡੇ ਭਰ ਕੇ ਉਹ ਰਾਹਾਂ ਦੇ ਵਿੱਚ ਰੱਖ ਲੈਂਦੇ ਸੀ ਅਤੇ ਪਾਣੀ ਲੋੜਵੰਦਾਂ ਨੂੰ, ਰਾਹਗੀਰਾਂ ਨੂੰ ਉਹ ਪਿਆਉਂਦੇ ਸੀ। ਇਹ ਮੁਸਲਮਾਨਾਂ ਦੇ ਵਿੱਚ ਮੁਹੱਰਮ ਦੇ ਦਿਨਾਂ ਦੇ ਵਿੱਚ ਪਾਣੀ ਪਿਆਇਆ ਜਾਂਦਾ ਸੀ। ਅਤੇ ਛਬੀਲ ਮਾਇਨੇ ਵੈਰੀ 'ਤੇ ਹਮਲਾ ਕਰਨ ਦਾ ਇੱਕ ਢੰਗ, ਇੱਕ ਮੌਕਾ ਵੀ ਹੁੰਦਾ ਹੈ। ਅਤੇ ਛਬੀਲ ਮਾਇਨੇ ਸੋਹਣਾ ਜਾਂ ਸੋਹਣੀ, ਸੁੰਦਰ ਜਾਂ ਸੁੰਦਰੀ, ਇਹ ਵੀ ਛਬੀਲ ਮਾਇਨੇ ਹੁੰਦਾ ਹੈ। ਸੁੰਦਰ ਬਚਨ ਤੁਮ ਸੁਣੋ ਛਬੀਲੀ, ਮਹੱਲਾ ਪੰਜਵਾਂ। ਤੋਂ ਇੱਥੇ ਇਹ ਵੀ ਧਿਆਨ ਰਵੇ, ਸਿੱਖਾਂ ਦੇ ਵਿੱਚ ਕੇਵਲ ਪੁਰਾਣੇ ਸਮਿਆਂ 'ਚ ਪਾਣੀ ਪਿਆਉਣ ਦੀ ਪਰੰਪਰਾ ਲੋੜਵੰਦਾਂ ਨੂੰ ਹੁੰਦੀ ਸੀ। ਅਤੇ ਕਿਉਂਕਿ ਅੱਜ ਵਾਂਗੂ ਥਾਂ ਥਾਂ 'ਤੇ ਨਲਕੇ, ਖੂਹ, ਟੂਟੀਆਂ ਆਦਿਕ ਉਦੋਂ ਨਹੀਂ ਹੁੰਦੇ ਸੀ। ਹੁਣ ਤਾਂ ਪਾਣੀ ਦੀਆਂ ਬੋਤਲਾਂ ਵਗੈਰਾ ਲੈ ਕੇ ਵੀ ਅਸੀਂ ਨਾਲ ਚੱਲ ਸਕਦੇ ਹਾਂ, ਜਾ ਸਕਦੇ ਹਾਂ। ਅਸੀਂ ਛੇਤੀ ਪਹੁੰਚਣ ਵਾਸਤੇ ਸਾਡੇ ਕੋਲ ਸਾਧਨ ਹੋ ਗਏ, ਭਾਵ ਗੱਡੀਆਂ, ਮੋਟਰਾਂ ਵੀ ਸਾਡੇ ਕੋਲ ਹੋ ਗਈਆਂ। ਅੱਗੇ ਤਾਂ ਪੈਦਲ ਲੋਕੀ ਤੁਰਦੇ ਸਨ ਅਤੇ ਪੈਦਲ ਤੁਰਦਿਆਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀ। ਦੂਰ ਦੂਰ ਤੱਕ ਪੀਣ ਨੂੰ ਪਾਣੀ ਨਹੀਂ ਸੀ ਹੁੰਦਾ। ਬਚਪਨ ਦੇ ਦਿਨਾਂ 'ਚ ਮੈਂ ਖੁਦ ਪਰਉਪਕਾਰੀ ਲੋਕਾਂ ਵੱਲੋਂ
ਰਸਤਿਆਂ 'ਚ ਖੂਹ ਪੁੱਟ ਕੇ ਲੋਕਾਂ ਦਾ ਕਲਿਆਣ ਕਰਨ ਦੀ ਭਾਵਨਾ ਆਪ ਵੇਖੀ ਹੈ। ਭਾਵ ਕਿ ਖੂਹ ਪੁੱਟ ਕੇ ਲੋੜਾਂ ਪੂਰੀਆਂ ਕਰਕੇ ਪਾਣੀ ਪੀਣ ਦਾ ਪ੍ਰਬੰਧ ਕਰਕੇ ਡੋਲ ਰੱਖ ਦੇਣਾ, ਅਤੇ ਤਾਂ ਕਿ ਆਉਂਦੇ ਜਾਂਦੇ ਰਾਹੀ ਉੱਥੇ ਆਪ ਪਾਣੀ ਕੱਢ ਕੇ ਖੂਹ 'ਚੋਂ ਪੀ ਲੈਣ। ਅਤੇ ਕਈਆਂ ਥਾਵਾਂ 'ਤੇ ਜੰਗਲਾਂ 'ਚ, ਝਾੜਾਂ 'ਚ, ਵੱਡੇ ਰੁੱਖਾਂ ਥੱਲੇ ਛਾਵਾਂ ਦੇ ਵਿੱਚ ਕਈ ਘੜੇ ਭਰ ਕੇ ਪਾਣੀ ਦੇ ਪਰਉਪਕਾਰੀ ਲੋਕ ਰੱਖ ਦਿੰਦੇ ਸਨ ਕਿ ਰਾਹੀ ਇੱਥੋਂ ਲੋੜ ਵੇਲੇ ਪਾਣੀ ਪੀ ਲੈਣਗੇ। ਅਤੇ ਉਹਨਾਂ ਨੇ ਸੇਵਾਦਾਰਾਂ ਦੀ ਪੱਕੀ ਡਿਊਟੀ ਲਾਈ ਹੋਈ ਹੁੰਦੀ ਸੀ ਕਿ ਹਰ ਰੋਜ਼ ਸਵੇਰ ਨੂੰ ਤੁਸੀਂ ਸਾਫ਼ ਕਰਕੇ ਇਹਨਾਂ ਘੜਿਆਂ ਨੂੰ ਭਰ ਕੇ ਆਉਣਾ ਪਾਣੀ ਨਾਲ, ਤਾਂ ਕਿ ਰਾਹੀਆਂ ਨੂੰ ਮੁਸ਼ਕਲ ਨਾ ਆਵੇ, ਪਾਣੀ ਦੀ ਲੋੜ ਉਹਨਾਂ ਦੀ ਪੂਰੀ ਹੁੰਦੀ ਰਹੇ। ਇਹ ਤਾਂ ਸੀ ਭਾਵਨਾਵਾਂ। ਅੱਜ ਤਾਂ ਥਾਂ ਥਾਂ 'ਤੇ ਟੂਟੀਆਂ ਲੱਗੀਆਂ ਨੇ ਅਤੇ ਅਸੀਂ ਪਾਣੀ ਲੈ ਕੇ ਜਾ ਸਕਦੇ ਹਾਂ ਬੋਤਲਾਂ ਵਗੈਰਾ 'ਚ। ਥਰਮੋਸਾਂ ਵਗੈਰਾ ਵੀ ਇਹੋ ਜਿਹੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ 'ਚ ਠੰਡਾ ਪਾਣੀ ਪਾਓ ਠੰਡਾ ਰਹਿੰਦਾ, ਗਰਮ ਪਾਓ ਗਰਮ ਰਹਿੰਦਾ। ਗੁਰੂ ਸਾਹਿਬ ਦੇ ਜ਼ਮਾਨੇ 'ਚ ਇਹ ਕੋਈ ਛਬੀਲ ਨਹੀਂ ਸੀ। ਗੁਰੂ ਅਰਜਨ ਸਾਹਿਬ ਨਾਲ ਇਹਦਾ ਜੋੜਨ ਦੀ ਜ਼ਰੂਰਤ ਨਹੀਂ ਸੀ। ਇਹ ਤਾਂ ਲੋੜਵੰਦਾਂ ਵਾਸਤੇ ਪਾਣੀ ਦਾ ਪਰਉਪਕਾਰ ਦੀ ਭਾਵਨਾ ਨਾਲ ਵਰਤਾਉਣਾ ਸੀ। ਅਤੇ ਅੱਜ ਤਾਂ ਗੁਰੂ ਸਾਹਿਬ ਦਾ ਤਾਂ ਸ਼ਹੀਦੀ ਦਿਨ ਹੋਵੇ, ਉਹਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਹੋਵੇ, ਅਤੇ ਸਾਡੇ ਭਰਾ ਮਿੱਠਾ ਪਾਣੀ ਬਲਕਿ ਵਿੱਚ ਦੁੱਧ ਪਾਉਣਾ, ਵਿੱਚ ਕਈ ਤਰ੍ਹਾਂ ਦੇ ਹੋਰ ਸ਼ਰਬਤ ਪਾ ਕੇ ਖੁਸ਼ਬੂਦਾਰ ਜਲ ਬਣਾ ਲੈਣਾ, ਇਸ ਤਰ੍ਹਾਂ ਦਾ ਵੀ ਪਾਣੀ ਪਿਆਰੇ ਨੇ ਜਿਹੜਾ ਕਿ ਜਾਇਜ਼ ਨਹੀਂ ਹੈ। ਅਤੇ ਫਿਰ ਮਿੱਠਾ ਪਾਣੀ ਕਈ ਵਾਰੀ ਸ਼ੂਗਰ ਦਾ ਕਾਰਨ ਵੀ ਬਣਦਾ ਹੈ। ਬਹੁਤ ਲੋਕ ਨੇ ਜਿਹੜੇ ਪਾਣੀ ਨਹੀਂ ਪੀਣਾ ਚਾਹੁੰਦੇ, ਪਰ ਉਹਨਾਂ ਨੂੰ ਰਾਹ ਰੋਕ ਰੋਕ ਕੇ ਇਹ ਪਾਣੀ ਪਿਆਇਆ ਜਾਂਦਾ ਹੈ। ਇਹਦੀ ਥਾਂ 'ਤੇ ਜੇ ਕੋਈ ਸੇਵਾ ਕਰਨੀ ਚਾਹੁੰਦੇ ਹੋ, ਇੰਨੇ ਪੈਸੇ ਖਰਚ ਕੇ ਕੋਈ ਹੋਰ ਪਰਉਪਕਾਰ ਦਾ ਕੰਮ ਵੀ ਸਮਾਜ ਦੇ ਭਲੇ ਵਾਸਤੇ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਇੱਕੋ ਸੜਕ 'ਤੇ 100 ਗਜ 'ਤੇ 200 ਗਜ 'ਤੇ ਨੌਜਵਾਨ ਇਹ ਛਬੀਲਾਂ ਲਾਈ ਖਲੋਤੇ ਹੁੰਦੇ ਨੇ। ਉਹਨਾਂ ਦਿਨਾਂ 'ਚ ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਨੇੜੇ ਤੇੜੇ ਹੁੰਦਾ ਤਾਂ ਉਹ ਸਾਰੇ ਪਾਣੀ ਹੀ ਪਿਆਰੇ ਨੇ, ਛਬੀਲ ਹੀ ਲਾਈ ਬੈਠੇ ਨੇ, ਅਤੇ ਇੰਨਾ ਕਿੰਨਾ ਕੁ ਕੋਈ ਪਾਣੀ ਪੀ ਲਵੇਗਾ, ਮਨ ਅੱਕ ਜਾਂਦਾ ਹੈ। ਅਤੇ ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੋਵੇ ਅਤੇ ਉਹਨਾਂ ਦੇ ਸ਼ਹੀਦੀ ਦਿਨ 'ਤੇ ਨਾ ਸਮਝ ਲੋਕਾਂ ਨੇ ਲੱਡੂ ਜਲੇਬੀਆਂ ਦੇ ਲੰਗਰ ਵੀ ਲਾਏ, ਬਹੁਤ ਸਾਰੀਆਂ ਤਰ੍ਹਾਂ ਦੀਆਂ ਮਠਿਆਈਆਂ ਵੀ ਖਵਾਉਣੀਆਂ ਸ਼ੁਰੂ ਕੀਤੀਆਂ। ਇਹ ਤਾਂ ਅਖਬਾਰਾਂ 'ਚ ਸ਼ੋਰ ਪਿਆ, ਲੇਖ ਲਿਖੇ ਗਏ, ਫਿਰ ਸਟੇਜਾਂ 'ਤੇ ਵੀ ਕੁਝ ਪ੍ਰਚਾਰਕਾਂ ਨੂੰ, ਜ਼ਿੰਮੇਵਾਰ ਬੰਦਿਆਂ ਨੂੰ ਬੋਲਣਾ ਪਿਆ ਕਿ ਸਾਹਿਬਜ਼ਾਦੇ ਤਾਂ ਹੋ ਰਹੇ ਨੇ ਸ਼ਹੀਦ, ਉਹ ਤਾਂ ਆਪਣੀ ਜਾਨ ਵਾਰ ਰਹੇ ਨੇ, ਸਾਨੂੰ ਤਾਂ ਸਗੋਂ ਉਹਨਾਂ ਦਿਨਾਂ 'ਚ ਅਫਸੋਸ ਕਰਨਾ ਚਾਹੀਦਾ ਸੀ, ਸਾਨੂੰ ਤਾਂ ਜ਼ਮੀਨ 'ਤੇ ਲੰਮੇ ਪੈਣਾ ਚਾਹੀਦਾ ਸੀ, ਸਾਨੂੰ ਤਾਂ ਜਿਵੇਂ ਕੋਈ ਸਾਡੇ ਘਰ 'ਚ ਨੇੜੇ ਦਾ ਸੰਬੰਧੀ ਮਰ ਜਾਂਦਾ ਉਹਦਾ ਸਾਨੂੰ ਕਿੰਨਾ ਦੁੱਖ ਹੁੰਦਾ, ਸਾਨੂੰ ਤਾਂ ਉਹਦੇ ਤੋਂ ਵੀ ਕਿਤੇ ਵੱਧ ਸਾਹਿਬਜ਼ਾਦਿਆਂ ਦਾ ਦੁੱਖ ਅੰਦਰ ਮਨ ਦੇ ਵਿੱਚ ਹੋਣਾ ਚਾਹੀਦਾ ਸੀ। ਪਰ ਅਸੀਂ ਲੱਡੂ ਜਲੇਬੀਆਂ ਬਣਾ ਰਹੇ ਹਾਂ ਅਤੇ ਲੱਡੂ ਜਲੇਬੀਆਂ ਸੰਗਤਾਂ ਨੂੰ ਖਵਾ ਰਹੇ ਹਾਂ। ਅਤੇ ਹੌਲੀ ਹੌਲੀ ਇਹ ਤਾਂ ਭਾਵੇਂ ਹਟ ਗਿਆ, ਪਰ ਅਜੇ ਵੀ ਬਹੁਤ ਕੁਝ ਸੁਧਾਰ ਕਰਨ ਵਾਲਾ ਹੈ। ਅਤੇ ਛਬੀਲ ਦਾ ਸਿੱਧਾ ਗੁਰੂ ਸਾਹਿਬ ਨਾਲ ਕੋਈ ਸੰਬੰਧ ਨਹੀਂ ਹੈ, ਇਹ ਬਾਅਦ ਦੇ ਵਿੱਚ ਚੱਲੀਆਂ ਪਰੰਪਰਾਵਾਂ ਨੇ। ਪਾਣੀ ਪਿਆਉਣਾ ਆਪਣੀ ਥਾਂ 'ਤੇ ਮਹੱਤਵਪੂਰਨ ਹੋ ਸਕਦਾ ਹੈ, ਪਰ ਮਿੱਠਾ ਪਾਣੀ, ਦੁੱਧ ਪਾ ਕੇ ਪਾਣੀ ਅਤੇ ਥਾਂ ਥਾਂ 'ਤੇ ਪਾਣੀ ਪਿਆਈ ਜਾਣਾ, ਇਹ ਪੈਸੇ ਦੀ ਬਰਬਾਦੀ ਹੈ, ਸਮੇਂ ਦੀ ਬਰਬਾਦੀ ਹੈ, ਅਤੇ ਲੋਕਾਂ ਨੂੰ ਬਿਮਾਰੀਆਂ ਲੱਗਣ ਦੀ ਵੀ ਸੰਭਾਵਨਾ ਹੈ। ਇਹਦੀ ਥਾਂ 'ਤੇ ਹੋਰ ਵਿੱਦਿਆ ਦੇਣ ਦਾ, ਕਿਤਾਬਾਂ ਵੰਡਣ ਦਾ, ਪਰਉਪਕਾਰ ਦੇ ਹੋਰ ਅਨੇਕਾਂ ਕੰਮਾਂ ਦਾ ਰਾਹੀਂ ਵੀ ਸੇਵਾ ਸਮਾਜ ਦੀ ਕੀਤੀ ਜਾ ਸਕਦੀ ਹੈ, ਉਹ ਕਰਨੀ ਚਾਹੀਦੀ ਹੈ। ਇਹਦਾ ਸਿੱਧਾ ਗੁਰੂ ਘਰ ਦੇ ਨਾਲ ਕੋਈ ਸੰਬੰਧ ਨਹੀਂ, ਇਹ ਮੁਸਲਮਾਨਾਂ ਤੋਂ ਆਈ ਰਵਾਇਤ ਹੈ, ਅਤੇ ਹੁਣ ਇਹਦੀ ਕੋਈ ਬਹੁਤੀ ਲੋੜ ਨਹੀਂ ਹੈ। ਇਹਨੂੰ ਸਮੇਂ ਦੇ ਹਾਣੀ ਬਣ ਕੇ ਬੰਦ ਕਰ ਦੇਣਾ ਹੀ ਬਿਹਤਰ ਹੈ, ਕਿਉਂਕਿ ਅਸੀਂ ਕਿਤੇ ਤੁਰ ਕੇ ਨਹੀਂ ਜਾ ਰਹੇ, ਗੱਡੀਆਂ ਮੋਟਰਾਂ 'ਤੇ ਜਾ ਰਹੇ ਹਾਂ। ਹੁਣ ਪਾਣੀ ਆਪਣੀ ਗੱਡੀ ਮੋਟਰ 'ਚ ਰੱਖਿਆ ਜਾ ਸਕਦਾ ਹੈ, ਜ਼ਰੂਰੀ ਨਹੀਂ ਕਿ ਤੁਸੀਂ ਮੋੜਾਂ 'ਤੇ, ਚੌਂਕਾਂ 'ਚ, ਸੜਕਾਂ 'ਤੇ ਪਾਣੀ ਲੈ ਕੇ ਖਲੋਤੇ ਹੋਵੋ, ਇਹਦੀ ਕੋਈ ਜ਼ਰੂਰਤ ਨਹੀਂ ਹੈ। ਅੱਗੇ ਸਵਾਲ ਨੰਬਰ 480 ਭਾਈ ਗੁਰਦੇਵ ਸਿੰਘ ਲੰਡਨ ਤੋਂ। ਇਹਨਾਂ ਦਾ ਸਵਾਲ ਹੈ, ਆਤਮਾ ਕਿੱਥੋਂ ਆਉਂਦੀ ਹੈ, ਮਰਨ ਤੋਂ ਬਾਅਦ ਕਿੱਥੇ ਜਾਂਦੀ ਹੈ, ਕੀ ਇਸ ਦਾ ਹਿਸਾਬ ਕਿਤਾਬ ਵੀ ਕੋਈ ਹੁੰਦਾ ਹੈ ਕਿ ਨਹੀਂ। ਗੁਰੂ ਪਿਆਰ ਵਾਲਿਓ, ਆਤਮਾ ਨਾਮ ਦੀ ਚੀਜ਼ ਗੁਰਬਾਣੀ 'ਚ ਵਰਤੀ ਗਈ ਹੈ ਭਾਵੇਂ, ਅਤੇ ਬਹੁਤ ਲੋਕ ਸਟੇਜਾਂ 'ਤੇ ਵੀ ਵਰਤਦੇ ਨੇ, ਪਰ ਇਹ ਦਿਮਾਗ ਨੂੰ ਹੀ ਆਤਮਾ ਆਖਾਂਗੇ। ਵੱਖਰੀ ਆਤਮਾ ਚੀਜ਼ ਕੋਈ ਨਹੀਂ ਹੁੰਦੀ, ਦਿਮਾਗ ਹੀ ਸਾਡੇ ਸਾਰੇ ਕੰਮ ਕਰਦਾ ਹੈ, ਸਰੀਰ ਨੂੰ ਚਲਾਉਂਦਾ ਹੈ, ਸਰੀਰ ਤੋਂ ਚੰਗੇ ਜਾਂ ਮਾੜੇ ਕੰਮ ਇਹ ਦਿਮਾਗ ਕਰਵਾਉਂਦਾ ਹੈ। ਗੁਰਬਾਣੀ 'ਚ ਇਹਦੇ ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲਦੇ ਨੇ। ਭਾਵੇਂ ਦਿਮਾਗ ਸ਼ਬਦ ਤਾਂ
ਗੁਰਬਾਣੀ 'ਚ ਵਰਤਿਆ ਹੋਇਆ ਨਹੀਂ ਮਿਲਦਾ। ਉੱਥੇ ਗੁਰਬਾਣੀ 'ਚ ਪੁਰਾਣੇ ਸਮੇਂ 'ਚ ਮਨ ਜਾਂ ਆਤਮਾ ਸ਼ਬਦ ਵਰਤੇ ਹੋਏ ਮਿਲਦੇ ਨੇ। ਪਰ ਅੱਜ ਕੱਲ੍ਹ ਵਿਗਿਆਨ ਨੇ ਹੋਰ ਨਵਾਂ ਬਹੁਤ ਕੁਝ ਸਾਨੂੰ ਸਿਖਾ ਦਿੱਤਾ ਹੈ। ਇਹ ਵੀ ਪਤਾ ਲੱਗ ਗਿਆ ਕਿ ਸਰੀਰ ਦੀ ਬਣਤਰ ਕਿਵੇਂ ਹੈ। ਜਦੋਂ ਨਰ ਮਾਦਾ ਦਾ ਸੰਬੰਧ ਹੁੰਦਾ ਹੈ, ਸੰਯੋਗ ਹੁੰਦਾ ਹੈ, ਉਸ ਸਮੇਂ ਨਰ ਦੇ ਜੀਨਸ ਮਾਦਾ ਦੇ ਅੰਦਰ ਦਾਖਲ ਹੁੰਦੇ ਨੇ। ਅਤੇ ਜੇ ਆਤਮਾ ਗਿਣਨੀ ਹੈ ਤਾਂ ਨਰ ਦੇ ਅੰਦਰ ਜਿਹੜੇ ਸਪਰਮਸ ਨੇ, ਜੀਨਸ ਨੇ, ਉਹਨਾਂ ਦੇ ਅੰਦਰ ਪਹਿਲਾਂ ਹੀ ਕਰੋੜਾਂ ਦੀ ਗਿਣਤੀ 'ਚ ਆਤਮਾਵਾਂ ਮੌਜੂਦ ਨੇ। ਭਾਵ ਕਿ ਇੱਕ ਵਾਰੀ ਜਦੋਂ ਬੀਰਜ ਖਾਰਜ ਹੁੰਦਾ ਹੈ ਤਾਂ ਤਕਰੀਬਨ 2 ਤੋਂ 2.5 ਕਰੋੜ ਸਪਰਮਸ ਬਾਹਰ ਨਿਕਲਦੇ ਨੇ, ਜਿਹੜੇ ਕਿ ਮਾਦਾ ਦੇ ਗਰਭ ਵਿੱਚ ਦਾਖਲ ਹੁੰਦੇ ਨੇ। ਪਰ ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧ ਅੰਦਰ ਅਟਕਦਾ, ਅੰਡੇ ਤੱਕ ਪਹੁੰਚਦਾ, ਬਾਕੀ ਸਾਰੇ ਬਾਹਰ ਚਲੇ ਜਾਂਦੇ ਨੇ, ਖਾਰਜ ਹੋ ਜਾਂਦੇ ਨੇ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਹੁਣ ਸਾਨੂੰ ਇਹ ਤਾਂ ਦਿਸ ਪਿਆ ਕਿ ਬੱਚੇ ਦੇ ਅੰਦਰ ਆਤਮਾ ਕਿਤੋਂ ਆਉਂਦੀ ਹੈ। ਅਸਲ ਦੇ ਵਿੱਚ ਜਿਹੜੇ 2-2.5 ਕਰੋੜ ਸਪਰਮਸ ਨਰ ਦੇ ਅੰਦਰੋਂ ਆਏ ਸਨ, ਅਤੇ ਉਹ ਆਤਮਾ ਤਾਂ ਉਹਨਾਂ ਦੇ ਸਾਰਿਆਂ ਦੇ ਅੰਦਰ ਵੀ ਸੀ। ਜੇ ਮੰਨ ਲਈਏ ਤਾਂ ਅਸਲ ਦੇ ਵਿੱਚ ਜਿੰਦ ਜਾਨ ਨੂੰ ਹੀ ਆਤਮਾ ਆਖਿਆ ਗਿਆ। ਆਤਮਾ ਕੋਈ ਵੱਖਰੀ ਚੀਜ਼ ਨਹੀਂ ਹੁੰਦੀ। ਚਾਹੇ ਜਿੰਦ ਜਾਨ ਨੂੰ ਕਹਿ ਲਓ, ਚਾਹੇ ਬਾਅਦ ਦੇ ਵਿੱਚ ਜਦੋਂ ਵਿਕਸਿਤ ਹੋ ਜਾਂਦਾ ਹੈ ਦਿਮਾਗ ਨੂੰ ਕਹਿ ਲਓ, ਸਰੀਰ ਨੂੰ ਚੱਲਣ ਵਾਲਾ ਜੋ ਤਾਣਾ ਬਾਣਾ ਹੈ ਉਹਨੂੰ ਸਾਂਝੇ ਤੌਰ 'ਤੇ ਕਹਿ ਲਓ। ਆਤਮਾ ਵੱਖਰੀ ਕੋਈ ਹਸਤੀ ਆਕਾਸ਼ 'ਚੋਂ ਉਤਰ ਕੇ ਰੱਬ ਵੱਲੋਂ ਭੇਜੀ ਹੋਈ ਨਹੀਂ ਆਉਂਦੀ। ਗੁਰਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ ਹੈ, ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦੁਆਰ, ਬੂਝ ਰੇ ਗਿਆਨੀ ਇਹ ਵਿਚਾਰ। ਪੌਣ ਪਾਣੀ ਅੱਗ ਆਦਿਕ ਦੇ ਸੁਮੇਲ ਤੋਂ ਜੀਵਾਂ ਦੇ ਸਰੀਰ ਬਣਦੇ ਨੇ, ਅਤੇ ਬਾਕੀ ਸਾਰੇ ਪਸ਼ੂ ਪੰਛੀ ਆਦਿਕ ਵੀ ਇਸੇ ਤਰ੍ਹਾਂ ਹੀ ਬਣਦੇ ਨੇ। ਬਨਸਪਤੀ ਵੀ ਜਦੋਂ ਆਪਾਂ ਉਹਦਾ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਦੱਬ ਦਿੰਦੇ ਹਾਂ, ਜੇ ਉਹਨੂੰ ਠੀਕ ਵਾਤਾਵਰਣ ਮਿਲਿਆ, ਸਿੱਲ ਮਿਲ ਗਈ, ਪਾਣੀ ਹਵਾ ਆਦਿਕ ਧੁੱਪ ਵਗੈਰਾ ਉਹਨੂੰ ਮਿਲ ਗਈ, ਤਾਂ ਕੁਝ ਦਿਨਾਂ ਤੋਂ ਬਾਅਦ ਉਹਨੇ ਧਰਤੀ ਵਿੱਚੋਂ ਬੀਜ ਨੇ ਉੱਗ ਪੈਣਾ। ਅਤੇ ਜੇ ਉਹਨੂੰ ਅਸੀਂ ਸੰਭਾਲ ਕੇ ਰਾਖੀ ਕਰਦੇ ਰਹੇ, ਪਾਣੀ ਦਿੰਦੇ ਰਹੇ, ਤਾਂ ਉਹਨੇ ਸਮੇਂ ਸਿਰ, ਜੇ ਫਸਲ ਹੈ 4-6 ਮਹੀਨਿਆਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਣਾ। ਜੇ ਉਹ ਰੁੱਖ ਬਿਰਖ ਹੈ ਤਾਂ ਉਹ ਆਪਣੇ ਹਿਸਾਬ ਦੇ ਮੁਤਾਬਕ ਜਿੰਨੀ ਉਹਦੀ ਉਮਰ ਹੈ ਉਹਦੇ ਮੁਤਾਬਕ 5-7 ਸਾਲਾਂ 'ਚ ਉਹਨੇ ਜਵਾਨ ਹੋ ਜਾਣਾ। ਅਤੇ 20 ਸਾਲ 30 ਸਾਲ 50 ਸਾਲ ਅਤੇ 100 ਸਾਲ, ਕਈ ਰੁੱਖ ਤਾਂ ਸੈਂਕੜੇ ਸਾਲਾਂ ਤੱਕ ਇੱਕ ਨਿੱਕੇ ਜਿਹੇ ਬੀਜ ਤੋਂ ਵਿਕਸਿਤ ਹੋ ਕੇ ਖੜ੍ਹੇ ਰਹਿੰਦੇ ਨੇ। ਅਤੇ ਅੱਗੇ ਉਹਨਾਂ ਦੇ ਜਿਹੜੇ ਫਲ ਲੱਗਦੇ ਨੇ ਉਹਨਾਂ ਦੇ ਵਿੱਚ ਕਰੋੜਾਂ ਬੀਜ ਹੋਰ ਪੈਦਾ ਹੋ ਜਾਂਦੇ ਨੇ, ਅਤੇ ਉਹ ਬੀਜ ਅੱਗੋਂ ਹੋਰ ਆਪਣੇ ਰੁੱਖ ਬਿਰਖ ਪੈਦਾ ਕਰਦੇ ਰਹਿੰਦੇ ਨੇ। ਇਹ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਹੈ। ਆਤਮਾ ਕਿਤੋਂ ਨਹੀਂ ਆਉਂਦੀ ਜਾਂਦੀ। ਜਦੋਂ ਆਤਮਾ ਦੇ ਚੱਕਰ 'ਚ ਆਪਾਂ ਪਵਾਂਗੇ, ਫਿਰ ਆਤਮਾ ਪੁਜਾਰੀ ਦੇ ਕਹਿਣ ਦੇ ਮੁਤਾਬਕ ਹਿਸਾਬ ਕਿਤਾਬ ਦੇਣ ਵਾਸਤੇ ਧਰਮਰਾਜ ਕੋਲੇ ਜਾਂਦੀ ਹੈ। ਧਰਮਰਾਜ ਉਹਨੂੰ ਕਿਸੇ ਹੋਰ ਜੂਨੀ 'ਚ ਪਾ ਦਿੰਦਾ ਹੈ, ਅਤੇ ਜਾਂ ਫਿਰ ਉਹਨੂੰ ਸਵਰਗ 'ਚ ਰੱਖ ਲੈਂਦਾ ਹੈ, ਜਾਂ ਉਹਨੂੰ ਨਰਕਾਂ 'ਚ ਪਾ ਦਿੰਦਾ ਹੈ, ਜਾਂ ਫਿਰ ਉਹਨੂੰ ਕੋਹਲੂ 'ਚ ਪੀੜਨ ਲਾ ਦਿੰਦਾ ਹੈ। ਇਸ ਤਰ੍ਹਾਂ ਬਹੁਤ ਕੁਝ ਪੁਜਾਰੀ ਨੇ ਨਾਲ ਜੋੜ ਦਿੱਤਾ। ਅਤੇ ਫਿਰ ਜਦੋਂ ਅਸੀਂ ਪੁੱਛੀਏ ਕਿ ਜੀ ਇਹਦਾ ਛੁਟਕਾਰਾ ਸਾਡਾ ਕਿਵੇਂ ਹੋਵੇਗਾ ਇਹਨਾਂ ਦੁੱਖਾਂ ਕਲੇਸ਼ਾਂ ਤੋਂ, ਤਾਂ ਪੁਜਾਰੀ ਸਾਨੂੰ ਨਾਮ ਸਿਮਰਨ ਕਰੋ, ਮੰਤਰ ਜਾਪ ਕਰੋ, ਅਤੇ ਇੰਨਾ ਸਾਰਾ ਦਾਨ ਕਰ ਦਿਓ, ਅਤੇ ਫਿਰ ਤੁਹਾਨੂੰ ਨਰਕਾਂ ਦੇ ਵਿੱਚ ਨਹੀਂ ਪੈਣਾ ਪਵੇਗਾ। 84 ਲੱਖ ਜੂਨਾਂ ਤੁਹਾਡੀਆਂ ਕੱਟੀਆਂ ਜਾਣਗੀਆਂ। ਇਹ ਪੁਜਾਰੀ ਕਹਿ ਕੇ ਸਾਨੂੰ ਲੁੱਟ ਲੈਂਦਾ। ਅਸੀਂ ਨੀਵੀਂ ਪਾ ਕੇ ਆਪਣਾ ਆਪਾ ਲੁਟਾ ਲੈਂਦੇ ਹਾਂ। ਜੇ ਜੂਨਾਂ ਹੁੰਦੀਆਂ ਨੇ ਤਾਂ ਉਹ ਪੁਜਾਰੀ ਵਾਸਤੇ ਵੀ ਨੇ ਅਤੇ ਸਾਡੇ ਵਾਸਤੇ ਵੀ ਨੇ, ਅਤੇ ਸਾਰਿਆਂ ਵਾਸਤੇ ਇਹ ਨਿਯਮ ਬਰਾਬਰ ਨੇ। ਅਸਲ ਦੇ ਵਿੱਚ ਇਹੋ ਜਿਹੀ ਜਿਹੜੀ ਹੈ ਆਤਮਾ ਨਾ ਕਿਤੋਂ ਆਉਂਦੀ ਹੈ, ਨਾ ਕਿਤੇ ਜਾਂਦੀ ਹੈ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ। ਇੱਥੇ ਇੱਕ ਚਲਿੱਤਰ ਹੈ ਸਰੀਰ ਦੇ ਬਣਨ ਦਾ, ਨਰ ਮਾਦਾ ਦੇ ਸੰਯੋਗ ਤੋਂ। ਇਹ ਨਰ ਮਾਦਾ ਦਾ ਸੰਯੋਗ ਹੈ ਜਿਹੜਾ ਬਨਸਪਤੀ ਦੇ ਵਿੱਚ ਵੀ ਹੁੰਦਾ ਹੈ, ਕੀੜੇ ਮਕੌੜਿਆਂ ਦੇ ਵਿੱਚ ਵੀ ਹੁੰਦਾ ਹੈ, ਅਤੇ ਫੁੱਲਾਂ ਫਲਾਂ ਦੇ ਵਿੱਚ ਵੀ ਹੁੰਦਾ ਹੈ। ਅਤੇ ਇਹ ਸਾਨੂੰ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ। ਵਿਗਿਆਨ ਨੇ ਬਹੁਤ ਕੁਝ ਸਾਡੇ ਸਾਹਮਣੇ ਰੱਖ ਦਿੱਤਾ ਹੈ। ਜੇ ਅਸੀਂ ਸਟੱਡੀ ਕਰਾਂਗੇ ਤਾਂ ਇਹਨਾਂ ਗੱਲਾਂ ਦਾ ਸਾਨੂੰ ਪਤਾ ਲੱਗ ਜਾਵੇਗਾ। ਤੋ ਇਸ ਤਰ੍ਹਾਂ ਇਹਨਾਂ ਚੱਕਰਾਂ ਤੋਂ ਮੁਕਤ ਹੋਣ ਵਾਸਤੇ ਸਾਨੂੰ ਸਟੱਡੀ ਵੀ ਕਰਨੀ ਪਵੇਗੀ, ਪੁਜਾਰੀਆਂ ਦਾ ਗਲਬਾ ਗਲੋਂ ਲਾਉਣਾ ਪਵੇਗਾ। ਆਪ ਜਦੋਂ ਸਟੱਡੀ ਕਰਾਂਗੇ ਤਾਂ ਡਰ ਭੈ ਹੈ ਜਿਹੜਾ ਮਨ ਦੇ ਵਿੱਚੋਂ ਮੁੱਕ ਜਾਵੇਗਾ, ਅਸਲੀਅਤ ਸਾਡੇ ਸਾਹਮਣੇ ਆ ਜਾਵੇਗੀ। ਸੋ ਇਸ ਤਰ੍ਹਾਂ ਇਹ ਜਿਹੜਾ ਮਰਨ ਤੋਂ ਬਾਅਦ
ਕਿਤੇ ਨਹੀਂ ਜਾਂਦੀ ਆਤਮਾ। ਇੱਥੇ ਪਵਨ ਮੈਂ ਪਵਨ ਸਮਾਇਆ, ਇੱਥੇ ਪਾਣੀ 'ਚ ਪਾਣੀ ਮਿਲ ਗਿਆ, ਅੱਗ 'ਚ ਅੱਗ ਮਿਲ ਗਈ, ਮਿੱਟੀ 'ਚ ਮਿੱਟੀ ਮਿਲ ਗਈ। ਸਾਰਾ ਕੁਝ ਜਿੱਥੋਂ ਪੈਦਾ ਹੋਇਆ ਸੀ ਉਹਦਾ ਚੱਲਣ ਦਾ ਸਿਲਸਿਲਾ ਸਰੀਰ ਦਾ ਖਤਮ ਹੋ ਗਿਆ ਅਤੇ ਸਾਰੇ ਜਿਹੜੇ ਅੰਗ ਨੇ ਉਹ ਮਿੱਟੀ ਬਣ ਗਏ। ਹਵਾ ਆਪਣੀ ਥਾਂ 'ਤੇ ਚਲੀ ਗਈ ਅਤੇ ਇਸੇ ਤਰ੍ਹਾਂ ਅੱਗ ਆਪਣੀ ਵਾਪਸ ਚਲੀ ਗਈ, ਪਾਣੀ ਹਵਾ 'ਚ ਉੱਡ ਕੇ ਚਲਾ ਗਿਆ। ਇਹ ਸਾਰੀਆਂ ਚੀਜ਼ਾਂ ਵਾਪਸ ਜਿਵੇਂ ਪੈਦਾ ਹੋਈਆਂ ਸੀ ਉਸੇ ਤਰ੍ਹਾਂ ਹੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਵਾਪਸ ਚਲੀਆਂ ਗਈਆਂ। ਜਿਵੇਂ ਗੱਡੀਆਂ ਮੋਟਰਾਂ ਆਦਿਕ ਨੇ, ਇਹਨਾਂ ਦੇ ਜਿਹੜੇ ਪੁਰਜੇ ਨੇ ਜੋੜ ਕੇ ਸੰਭਾਲ ਕੇ ਇਹਨਾਂ ਦੇ ਵਿੱਚ ਪੈਟਰੋਲ ਆਦਿਕ ਪਾ ਕੇ ਅਸੀਂ ਚਲਾਉਣ ਦਾ ਪ੍ਰਬੰਧ ਕਰ ਲੈਂਦੇ ਹਾਂ। ਬਸ ਇੱਕੋ ਹੀ ਫਰਕ ਹੈ, ਇਹਨਾਂ ਚੀਜ਼ਾਂ 'ਚ ਦਿਮਾਗ ਨਹੀਂ ਹੁੰਦਾ, ਆਪਣੇ ਆਪ ਮਸ਼ੀਨਰੀ ਨਹੀਂ ਚੱਲ ਸਕਦੀ। ਮਨੁੱਖ ਦੇ ਵਿੱਚ ਦਿਮਾਗ ਹੈ, ਇਹ ਆਪਣੇ ਸਰੀਰ ਨੂੰ ਆਪ ਵਰਤ ਸਕਦਾ ਹੈ। ਗੱਡੀਆਂ ਮੋਟਰਾਂ ਨੂੰ ਮਨੁੱਖ ਵਰਤਦਾ ਹੈ। ਅਤੇ ਕਈ ਵਾਰੀ ਤਾਂ ਜੇ ਸਾਡੇ ਕੋਲ ਅਕਲ ਘੱਟ ਹੋਵੇ ਤਾਂ ਸਾਨੂੰ ਵੀ ਅਕਲਮੰਦ ਚਾਤਰ ਲੋਕ ਵਰਤ ਲੈਂਦੇ ਨੇ ਆਪਣੇ ਹਿੱਤ ਵਿੱਚ, ਸਾਤੋਂ ਆਪਣੇ ਕੰਮ ਕਢਵਾ ਲੈਂਦੇ ਨੇ। ਸੋ ਸਿਆਣੇ ਬਣਨ ਦੀ ਲੋੜ ਹੈ। ਆਤਮਾ ਨਾ ਕਿਤੋਂ ਆਉਂਦੀ ਹੈ ਨਾ ਕਿਤੇ ਜਾਂਦੀ ਹੈ। ਉਹ ਜੇ ਆਤਮਾ ਨੂੰ ਮੰਨਾਂਗੇ ਫਿਰ ਤਾਂ ਉਹ ਨਰ ਦੇ ਅੰਦਰੋਂ ਜਿਹੜੇ ਸਪਰਮਸ ਨੇ ਇੱਕ ਵਾਰੀ 'ਚ 2-2.5 ਕਰੋੜ ਖਾਰਜ ਹੁੰਦੇ ਨੇ ਅਤੇ ਸਾਰੀ ਉਮਰ ਦੇ ਵਿੱਚ ਤਾਂ ਗਿਣਤੀ ਮਿਣਤੀ ਤੋਂ ਬਾਹਰੇ ਨੇ ਜਿਹੜੇ ਕਿ ਉਹ ਬਣਦੇ ਨੇ ਅਤੇ ਨਿਕਲ ਜਾਂਦੇ ਨੇ। ਮਾਦਾ ਦੇ ਅੰਦਰ ਕੇਵਲ ਅੰਡਾ ਬਣਦਾ, ਅੰਡੇ ਦੇ ਵਿੱਚ ਉਹ ਬੱਚਾ ਫਿਰ ਸੰਪੂਰਨ ਹੁੰਦਾ ਅਤੇ ਸੰਪੂਰਨ ਹੋ ਕੇ ਬਾਹਰ ਆ ਜਾਂਦਾ। ਜਵਾਨ ਹੋ ਕੇ ਉਹ ਆਪਣੇ ਅੰਦਰੋਂ ਹੋਰ ਸਪਰਮਸ ਅਤੇ ਅੰਡਾ ਵਗੈਰਾ ਪੈਦਾ ਕਰਦਾ। ਇਸੇ ਤਰ੍ਹਾਂ ਇਹ ਜਿਹੜੇ ਜੀਵ ਨੇ ਜਨਮਦੇ ਨੇ ਅਤੇ ਮਰਦੇ ਨੇ। ਬਾਹਰੋਂ ਉੱਪਰੋਂ ਆਕਾਸ਼ 'ਚੋਂ ਸੱਚਖੰਡ 'ਚੋਂ ਜਾਂ ਸਵਰਗ 'ਚੋਂ ਜਾਂ ਰੱਬ ਕੋਲੋਂ ਕਿਤੋਂ ਕੋਈ ਆਉਂਦਾ ਨਹੀਂ ਅਤੇ ਕਿਤੇ ਕੋਈ ਜਾਂਦਾ ਨਹੀਂ। ਇਹ ਜਿਹੜੀ ਗਲਤ ਫਹਿਮੀਆਂ ਨੇ ਆਪਣੇ ਮਨ ਦੇ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਨੇ। ਇਤਨੇ ਇੱਕ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਲਈ ਖਿਮਾ ਕਰਨਾ। ਅਤੇ ਮੈਂ ਕੋਈ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਅੰਤਮ ਸੱਚ ਕਹਿ ਰਿਹਾ। ਹੋਰ ਬਹੁਤ ਕੁਝ ਹੈ ਜਿਹੜਾ ਅੱਗੇ ਤੋਂ ਅੱਗੇ ਗਿਆਨ ਤੁਹਾਨੂੰ ਵਧਾਉਣ ਵਾਸਤੇ ਪੜ੍ਹਨਾ ਚਾਹੀਦਾ, ਸੁਣਨਾ ਚਾਹੀਦਾ ਅਤੇ ਉਹਦੀ ਪਰਖ ਪੜਚੋਲ ਕਰਨੀ ਚਾਹੀਦੀ ਹੈ। ਚੰਗੇ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਗੁਰਬਾਣੀ ਨੂੰ ਆਪ ਵਿਚਾਰ ਕੇ ਪੜ੍ਹਨਾ ਚਾਹੀਦਾ, ਵਿਗਿਆਨਕ ਪੱਖ ਵੀ ਆਪਣੇ ਸਾਹਮਣੇ ਸਦਾ ਰੱਖਣਾ ਚਾਹੀਦਾ ਤਾਂ ਕਿ ਅਸੀਂ ਕਿਤੇ ਕੁਰਾਹੇ ਨਾ ਪੈ ਜਾਈਏ। ਇਤਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।